ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਬੀਤੇ ਦਿਨੀ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਵੱਲੋਂ ਆਪਣੇ ਆਫਿਸ ਦੇ ਪਹਿਲੇ ਹੀ ਦਿਨ ਕੈਨੇਡਾ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਜਦੋਂ ਕੀਸਟੋਨ ਐਕਸਲ ਪਾਈਪਲਾਈਨ ਦੇ ਪਰਮਿਟ ਨੂੰ ਰਿਵੋਕ ਕਰ ਦਿੱਤਾ ਗਿਆ। ਐਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਆਫਿਸ ਦੇ ਪਹਿਲੇ ਹੀ ਦਿਨ ਕੈਨੇਡਾ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਜਦੋਂ ਕੀਸਟੋਨ ਐਕਸਲ ਪਾਈਪਲਾਈਨ ਦੇ ਪਸਾਰ ਨੂੰ ਆਫੀਸ਼ੀਅਲੀ ਰੋਕ ਦਿੱਤਾ ਗਿਆ ਹੈ। ਇਸ ਨਾਲ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕੈਨੇਡਾ ਦੇ ਕੱਚੇ ਤੇਲ ਦੇ ਸੈਕਟਰ ਨੂੰ ਵੱਡੀ ਢਾਹ ਲੱਗੀ ਹੈ। ਕੈਨੇਡਾ ਇਸ $8 ਬਿਲੀਅਨ ਦੇ ਪ੍ਰੋਜੈਕਟ ਉੱਤੇ ਕਾਫੀ ਸਮੇਂ ਤੋਂ ਟੇਕ ਲਾਈ ਬੈਠਾ ਸੀ। ਇਸ ਫੈਸਲੇ ਨਾਲ ਕੈਨੇਡਾ ਦੀ એનર્ਜੀ ਇੰਡਸਟਰੀ ਨੂੰ ਵੱਡਾ ਝਟਕਾ ਲੱਗੇਗਾ। ਕਈ ਹਜ਼ਾਰ ਨੌਕਰੀਆਂ ਖਤਮ ਹੋ ਜਾਣਗੀਆਂ ਤੇ ਸਭ ਤੋਂ ਵੱਡੀ ਗੱਲ ਇਹ ਕਿ ਇਹ ਫੈਸਲਾ ਬਾਈਡਨ ਦੇ ਕੈਨੇਡਾ ਨਾਲ ਸੰਬੰਧਾਂ ਵਿੱਚ ਪਹਿਲੀ ਦਰਾਰ ਹੋਏਗਾ। ਕੈਨੇਡਾ ਅਮਰੀਕਾ ਦਾ ਸਭ ਤੋਂ ਅਹਿਮ ਟ੍ਰੇਡਿੰਗ ਭਾਈਵਾਲ ਹੈ। ਬਾਈਡਨ ਵੱਲੋਂ ਲੰਮਾ ਸਮਾਂ ਪਹਿਲਾਂ ਇਸ ਪਰਮਿਟ ਨੂੰ ਖਤਮ ਕਰਨ ਦਾ ਤਹਈਆ ਪ੍ਰਗਟਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਕੀਸਟੋਨ ਐਕਸਲ ਕੰਪਨੀ TC ਐਨਰਜੀ ਕਾਰਪੋਰੇਸ਼ਨ ਦੀ ਮਲਕੀਅਤ ਹੈ ਤੇ ਕੈਨੇਡਾ ਵਿੱਚ ਇਸ ਪ੍ਰੋਜੈਕਟ ਉੱਤੇ ਪਹਿਲਾਂ ਹੀ ਕੰਮ ਚੱਲ ਰਿਹਾ ਹੈ। ਇਸ ਪਾਈਪਲਾਈਨ ਦੇ ਪੂਰਾ ਹੋਣ ਤੋਂ ਬਾਅਦ ਐਲਬਰਟਾ ਦੇ ਆਇਲ ਸੈਂਡਸ ਤੋਂ ਰੋਜ਼ਾਨਾ 8,30,000 ਬੈਰਲ ਕੱਚਾ ਤੇਲ ਨਬਰਾਸਕਾ ਤੱਕ ਲਿਜਾਇਆ ਜਾਣਾ ਸੀ। ਅਮਰੀਕਾ ਦੇ ਲੈਂਡ ਓਨਰਸ, ਨੇਟਿਵ ਅਮਰੀਕਨ ਟ੍ਰਾਈਬਸ ਤੇ ਵਾਤਾਵਰਣ ਪ੍ਰੇਮੀ ਵੱਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਇਸ ਪ੍ਰੋਜੈਕਟ ਵਿੱਚ ਪਹਿਲਾਂ ਹੀ 12 ਸਾਲ ਤੋਂ ਦੇਰ ਹੁੰਦੀ ਆਈ ਹੈ। ਤੇ ਕੀਸਟੋਨ ਐਕਸਲ ਪਾਈਪਲਾਈਨ ਦੇ ਪਰਮਿਟ ਦੇ ਰੱਦ ਹੋਣ ਤੋਂ ਬਾਅਦ ਕੀ ਰੁਖ ਰਹੇਗਾ ਸਰਕਾਰ ਦਾ, ਇਸ ਤੇ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ। ਪਰ ਕੀ ਕਹਿਣਾ ਹੈ ਇਸ ਤੇ ਕੰਜ਼ਰਵੇਟਿਵ ਪਾਰਟੀ ਦਾ, ਇਸੇ ਸੰਬੰਧੀ ਅਸੀਂ ਗੱਲਬਾਤ ਕੀਤੀ ਐਡਮਿੰਟਨ ਤੋਂ ਮੈਂਬਰ ਪਾਰਲੀਮੈਂਟ ਟਿਮ ਉਪਲ ਦੇ ਨਾਲ। ਸਤਿ ਸ਼੍ਰੀ ਅਕਾਲ ਟਿਮ ਉਪਲ ਜੀ, ਬਹੁਤ-ਬਹੁਤ ਧੰਨਵਾਦ PTC ਦੇ ਲਈ ਟਾਈਮ ਕੱਢਣ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਮੀ। ਜੀ ਟਿਮ ਉਪਲ ਜੀ, ਕੱਲ ਜਿਵੇਂ ਅਸੀਂ ਦੇਖਿਆ ਕਿ ਇਨੋਗ੍ਰੇਸ਼ਨ ਡੇ ਸੀਗਾ US ਪ੍ਰੈਜ਼ੀਡੈਂਟ ਜੋ ਬਾਈਡਨ ਦਾ, ਤੇ ਪਹਿਲੇ ਹੀ ਦਿਨ ਉਹਨਾਂ ਨੇ ਕਈ ਅਹਿਮ ਫੈਸਲੇ ਲਏ। ਨੇਬਰਿੰਗ ਕੰਟਰੀ ਕੈਨੇਡਾ ਲਈ ਵੀ ਇੱਕ ਵੱਡਾ ਐਲਾਨ ਕੀਤਾ ਕਿ ਕੀਸਟੋਨ ਐਕਸਲ ਪਾਈਪਲਾਈਨ ਦੀ ਜਿਹੜੀ ਐਕਸਪੈਂਸ਼ਨ ਪਰਮਿਟ ਸੀਗਾ ਉਸ ਨੂੰ ਰੱਦ ਕਰ ਦਿੱਤਾ ਗਿਆ। ਇਸ ਨੂੰ ਸਰਪ੍ਰਾਈਜ਼ ਤਾਂ ਨਹੀਂ ਕਵਾਂਗੇ ਕਿਉਂਕਿ ਪਹਿਲਾਂ ਹੀ ਕੈਂਪੇਨ ਤੋਂ ਕਰਦੇ ਆ ਰਹੇ ਸੀਗੇ, ਬਟ ਜਦੋਂ ਇਹ ਫੈਸਲਾ ਆਇਆ ਇਹ ਕਹਿ ਸਕਦੇ ਹਾਂ ਕਿ ਅਲਬਰਟਾ ਲਈ ਇੱਕ ਮਾੜੀ ਖਬਰ ਹੈ ਕਿਉਂਕਿ ਅਲਬਰਟਾ ਲਈ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਤੇ ਅਹਿਮ ਪ੍ਰੋਜੈਕਟ ਸੀਗਾ। ਹਾਂਜੀ, ਐਬਸੋਲੂਟਲੀ ਜੀ। ਅਲਬਰਟਾ ਦੇ ਵਿੱਚ ਐਕਚੁਅਲੀ ਕੈਨੇਡਾ ਦੇ ਵਿੱਚ ਕਾਫੀ ਕਈ ਹਜ਼ਾਰ ਜੌਬਸ ਲਾਸ ਹੋਣਗੀਆਂ। ਕੈਨੇਡਾ ਸਾਈਡ ਤੇ ਅਮਰੀਕਾ ਸਾਈਡ ਤੇ ਵੀ ਇਸ ਡਿਸੀਜਨ ਕਰਕੇ ਤੇ ਅਸੀਂ ਕਾਫੀ ਚਿਰ ਤੋਂ ਜਸਟਿਨ ਟਰੂਡੋ ਨੂੰ ਕਹਿੰਦੇ ਸੀਗੇ ਵੀ ਤੁਸੀਂ ਇਹ ਗੱਲ ਰੇਜ਼ ਕਰੋ ਈਵਨ ਆਫਟਰ ਜੋ ਬਾਈਡਨ ਇਲੈਕਟ ਹੋ ਗਏ ਸੀਗੇ। ਪਰ ਅਨਫੋਰਚੂਨੇਟਲੀ ਜਦੋਂ ਕੱਲ ਡਿਸੀਜਨ ਲੈਣ ਲੱਗੇ ਸੀਗੇ ਉਸ ਤੋਂ ਪਹਿਲਾਂ ਹੀ ਜਸਟਿਨ ਟਰੂਡੋ ਦੇ ਜਿਹੜੇ ਮਿਨਿਸਟਰ ਆ ਉਹ ਕਹਿੰਦੇ ਚਲੋ ਜੇ ਜੋ ਉਹਨਾਂ ਨੇ ਕਰਨਾ ਸੀਗਾ ਹੁਣ ਉਹਨਾਂ ਨੇ ਕਰਤਾ। ਸੋ ਇਟਸ ਅਨਫੋਰਚੂਨੇਟ ਇਹੋ ਜਿਹੀ ਗੱਲ ਵਾਸਤੇ ਫਾਈਟ ਕਰਨਾ ਚਾਹੀਦਾ, ਕੈਨੇਡੀਅਨ ਜੌਬਸ ਵਾਸਤੇ ਉਹਨਾਂ ਨੂੰ ਫਾਈਟ ਕਰਨਾ ਚਾਹੀਦਾ ਸੀ। ਜੇਸਨ ਕੈਨੀ ਪ੍ਰੀਮੀਅਰ ਦਾ ਅਲਬਰਟਾ ਕਹਿੰਦੇ ਸੀ ਵੀ ਅਸੀਂ ਕੋਰਟ ਜਾਣ ਦੀ ਵੀ ਕੋਸ਼ਿਸ਼ ਕਰਾਂਗੇ, ਬਟ ਇਟਸ ਵੈਰੀ ਅਨਫੋਰਚੂਨੇਟ। ਜੀ ਜੌਬ ਲਾਸ ਤਾਂ ਜ਼ਾਹਿਰ ਤੌਰ ਤੇ ਹੈਗੀਆਂ। ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਸ਼ਾਇਦ 2000 ਤੋਂ 3000 ਜੌਬਸ ਜਿਹੜੀ ਆਲਰੇਡੀ ਲਾਸ ਹੋ ਚੁੱਕੀਆਂ ਤੇ ਹੋਰ ਜਾ ਕੇ ਜਿਹੜਾ ਪ੍ਰੋਜੈਕਟ ਪੂਰਾ ਹੋਣਾ ਸੀਗਾ, ਕਾਫੀ ਜੌਬਸ ਆਣੀਆਂ ਸੀਗੀਆਂ, ਉਹ ਵੀ ਲਾਸ ਹੈਗਾ। ਪਰ ਨਾਲ ਦੇ ਨਾਲ ਤੁਸੀਂ ਮੰਨਦੇ ਹੋ ਕਿ ਕੈਨੇਡਾ US ਦੇ ਜਿਹੜੇ ਰਿਲੇਸ਼ਨ ਨੇ ਉਹ ਵੀ ਵੀਕ ਹੋ ਸਕਦੇ ਨੇ? ਦੇਖੋ ਜੀ, ਰਿਲੇਸ਼ਨਸ਼ਿਪ ਤਾਂ ਆਪਣੀ ਰੱਖਣੀ ਚਾਹੀਦੀ ਹੈ, ਦੇयर इज नो डाउट अबाउट इट। ਅਮਰੀਕਾ ਆਪਣਾ ਸਭ ਤੋਂ ਜ਼ਿਆਦਾ ਵੱਡਾ ਟ੍ਰੇਡਿੰਗ ਪਾਰਟਨਰ ਆ। ਹੋਰ ਗੱਲਾਂ ਬਹੁਤ ਨੇ ਆਪਣੇ ਬੈਕ ਐਂਡ ਫੋਰਥ ਟ੍ਰੇਡ ਕਾਮਰਸ ਬਹੁਤ ਜ਼ਿਆਦਾ ਆ, ਪ੍ਰੋਬਬਲੀ ਵਨ ਆਫ ਦ ਬਿਜ਼ੀਐਸਟ ਇਨ ਦ ਵਰਲਡ। ਪਰ ਫਿਰ ਵੀ ਐਜ਼ ਕੈਨੇਡਾ ਆਪਾਂ ਨੂੰ ਸਟੈਂਡ ਅਪ ਕਰਨਾ ਚਾਹੀਦਾ। ਜਿਹੜੀ ਚੀਜ਼ਾਂ ਆਪਾਂ ਨੂੰ ਫਾਇਦਾ ਹੋ ਰਹੀਆਂ, ਜਿਹੜੀ ਚੀਜ਼ ਦਾ ਜਾਂ ਕੋਈ ਚੀਜ਼ ਤੋਂ ਨੁਕਸਾਨ ਹੋ ਸਕਦਾ, ਆਪਾਂ ਨੂੰ ਕਹਿਣਾ ਚਾਹੀਦਾ। ਆਪਾਂ ਨੂੰ ਉਸ ਚੀਜ਼ ਤੇ ਕਹਿ ਲਓ ਵੀ ਪ੍ਰੈਸ਼ਰ ਪਾਉਣਾ ਚਾਹੀਦਾ। ਐਂਡ ਜਿਹੜੀ ਸਿਰਫ ਇੱਕ ਪਾਈਪਲਾਈਨ ਦੀ ਗੱਲ ਨਹੀਂ ਗੀ, ਜਿਹੜੇ ਆਇਲ ਸੈਂਡਸ ਇੰਡਸਟਰੀ ਆ ਐਕਚੁਅਲੀ ਕੈਨੇਡਾ ਦੇ ਵਿੱਚ ਜਿੰਨੀ ਵੀ ਐਨਰਜੀ ਇੰਡਸਟਰੀ ਆ, ਇਹ ਸਿਰਫ ਪੈਂਡੈਮਿਕ ਕਰਕੇ ਨਹੀਂ ਜੌਬ ਲਾਸ ਹੋਈਆਂ। ਵੀਵ ਲਾਸਟ ਲੋਟਸ ਆਫ ਜੌਬਸ ਬਿਕਾਜ਼ ਦ ਪੈਂਡੈਮਿਕ। ਬਟ ਪੈਂਡੈਮਿਕ ਤੋਂ ਪਹਿਲਾਂ ਵੀ ਜਿਹੜੇ ਜਸਟਿਨ ਟਰੂਡੋ ਨੇ ਬਿੱਲ ਲਿਆਂਦੇ ਸੀ C-69, C-48, ਉਸ ਦੇ ਨਾਲ ਬਿਲੀਅਨਸ ਆਫ ਡਾਲਰਸ ਆਫ ਇਨਵੈਸਟਮੈਂਟ ਜਿਹੜੀ ਐਨਰਜੀ ਇੰਡਸਟਰੀ ਵਿੱਚ ਜਾਣੀ ਸੀ ਉਹ ਚਲੀ ਗਈ। ਮੋਸਟਲੀ ਅਮਰੀਕਾ ਗਈ ਆ, ਹੋਰ ਜਗ੍ਹਾ ਵੀ ਗਈ ਆ। ਇਨਵੈਸਟਮੈਂਟ ਜਾਣ ਦੇ ਨਾਲ thousands of jobs have left, hundreds of thousands of jobs lost ਹੋਈਆਂ ਇਹਨਾਂ ਦੇ ਲਿਬਰਲ ਗਵਰਨਮੈਂਟ ਦੇ ਪਾਲਿਸੀਜ਼ ਕਰਕੇ। ਸੋ ਉਹ ਗਲਤ ਪਾਲਿਸੀਆਂ, ਫਿਰ ਪੈਂਡੈਮਿਕ ਹੋ ਗਿਆ ਤੇ ਹੁਣ ਇਹ ਪਾਈਪਲਾਈਨ ਵੀ ਕੈਂਸਲ ਹੋ ਗਈ। ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ। ਪਰ ਪਾਈਪਲਾਈਨ ਦਾ ਇਸ਼ੂ ਦੇਖੀਏ, ਇਹ ਸ਼ੁਰੂ ਤੋਂ ਅਸੀਂ ਮੰਨ ਸਕਦੇ ਹਾਂ ਇੱਕ ਏਰੀਆ ਆਫ ਫ੍ਰਿਕਸ਼ਨ ਰਿਹਾ। ਜਦੋਂ ਫਾਰਮਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਸੀਗਾ, ਫਿਰ ਡੋਨਾਲਡ ਟਰੰਪ ਨੇ ਇਸ ਨੂੰ ਅਪਰੂਵ ਕੀਤਾ, ਹੁਣ ਇੱਕ ਵਾਰੀ ਫਿਰ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਹੈ। ਪਰ ਉਦੋਂ ਤੇ ਹੁਣ ਦੇ ਹਾਲਾਤ ਕਾਫੀ ਫਰਕ ਨੇ। ਹੁਣ ਕੰਸਟਰਕਸ਼ਨ ਕਾਫੀ ਹੋ ਚੁੱਕੀ ਹੈ, 200 ਕਿਲੋਮੀਟਰ ਤੱਕ ਪਾਈਪਾਂ ਪੈ ਚੁੱਕੀਆਂ ਨੇ, ਇੱਕ ਮਲਟੀ ਬਿਲੀਅਨ ਡਾਲਰ ਦਾ ਇੱਕ ਪ੍ਰੋਜੈਕਟ ਬਣ ਚੁੱਕਿਆ। ਕਾਫੀ ਅਲਬਰਟਾ ਦਾ ਆਪਣਾ ਮਨੀ ਹੈਗਾ ਜੋ ਸਟੇਕ ਤੇ ਲੱਗਿਆ ਹੋਇਆ।
ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਹੁਣ ਫਿਰ ਤੋਂ ਕੋਸ਼ਿਸ਼ ਕਰੇਗੀ ਤਾਂ ਸਰਕਾਰ ਨੂੰ ਕੋਈ ਕਾਮਯਾਬੀ ਹਾਸਲ ਹੋ ਸਕਦੀ ਹੈ? ਐਬਸੋਲੂਟਲੀ ਜੀ, ਇਹਨਾਂ ਨੂੰ ਲਿਬਰਲ ਗਵਰਨਮੈਂਟ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਕੋਈ ਨਾ ਕੋਈ ਉਹਨਾਂ ਨਾਲ ਡੀਲ ਕਰ ਸਕਦੇ ਆ। ਉਹਨਾਂ ਐਕਚੁਅਲੀ ਅਸੀਂ ਪਹਿਲਾਂ ਇਹ ਵੀ ਕਹਿੰਦੇ ਸੀ ਕਿ ਜਦੋਂ ਆਪਾਂ ਸੁਣਿਆ ਸੀ ਵੀ ਜੋ ਬਾਈਡਨ ਨੇ ਰਿਜੈਕਟ ਕਰ ਦੇਣਾ, ਉਦੋਂ ਤੋਂ ਵੀ ਜੇ ਰੀਚ ਆਊਟ ਕਰਦੇ ਉਹ ਕਹਿ ਸਕਦੇ ਸੀ ਵੀ ਤੁਸੀਂ ਵੇਟ ਕਰ ਲਓ, that we ਠੀਕ ਆ ਤੁਸੀਂ ਜੇ ਕਰਨਾ ਵਾ ਪਰ ਲੈਟਸ ਡਿਸਕਸ ਕਰੀਏ। ਕਈ ਵਾਰੀ ਤੁਸੀਂ ਕੋਈ ਨਾ ਕੋਈ ਡੀਲ ਬਣਾ ਸਕਦੇ ਆ, ਕੋਈ ਨਾ ਕੋਈ ਨੈਗੋਸ਼ੀਏਸ਼ਨ ਹੋਣੀ ਚਾਹੀਦੀ ਸੀ, ਪਰ ਇਹਨਾਂ ਨੇ ਰੀਚ ਆਊਟ ਨਹੀਂ ਕੀਤੀ ਤੇ ਉਸ ਕਰਕੇ ਹੁਣ ਥਾਊਜ਼ੈਂਡਸ ਆਫ ਜੌਬਸ ਲਾਸ ਹੋ ਜਾਣੀਆਂ। ਜੀ, ਪਰ ਪ੍ਰਾਈਮ ਮਿਨਿਸਟਰ ਦਾ ਕਹਿਣਾ ਹੈ ਕਿ ਜਦੋਂ 1 ਮਹੀਨਾ ਪਹਿਲਾਂ ਉਹਨਾਂ ਦੀ ਗੱਲ ਹੋਈ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਨਾਲ, ਉਦੋਂ ਉਹਨਾਂ ਨੇ ਜ਼ਿਕਰ ਕੀਤਾ। ਪਰ ਇਹ ਮੰਦਭਾਗਾ ਜ਼ਰੂਰ ਹੈ ਕਿ ਕੈਨੇਡਾ ਨੂੰ ਹੁਣ ਇੱਕ ਵਾਰੀ ਆਪਣਾ ਕੇਸ ਰੱਖਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਹਾਂਜੀ ਐਬਸੋਲੂਟਲੀ ਜੀ, ਤੇ ਉਹ ਥੋੜੇ ਜਿਹੇ ਮੇਰੇ ਹਿਸਾਬ ਦੇ ਨਾਲ ਵੀ ਗਲਤ ਗੱਲ ਆ ਵੀ ਐਟਲੀਸਟ ਡਿਸਕਸ਼ਨ ਹੋਣੀ ਚਾਹੀਦੀ ਹੈ। ਜਿਹੜਾ ਏਡਾ ਵੱਡਾ ਪ੍ਰੋਜੈਕਟ ਸੀ, ਜਿਵੇਂ ਤੁਸੀਂ ਕਿਹਾ ਸੀ ਵੀ ਬਿਲੀਅਨਸ ਆਫ ਡਾਲਰਸ ਆਲਰੇਡੀ ਖਰਚਾ ਗਿਆ, ਬਹੁਤ ਜ਼ਿਆਦਾ ਜੌਬਸ ਦੀ ਸਿਕਿਉਰਿਟੀ ਹੋ ਸਕਦੀ ਸੀਗੀ, ਪਰ ਅਨਫੋਰਚੂਨੇਟਲੀ ਉਹਨਾਂ ਨੇ ਕੈਨੇਡਾ ਦੀ ਗੱਲ ਨਹੀਂ ਮੰਨੀ। ਤੇ ਇਸ ਸਿਰਫ ਹੁਣ ਨਹੀਂ, ਜਿਹੜੇ ਲਿਬਰਲ ਗਵਰਨਮੈਂਟ ਹੈ ਇਹਨਾਂ ਨੂੰ ਤੁਝ ਸਟੈਂਡ ਅਪ ਹੋਣਾ ਚਾਹੀਦਾ। ਸੇਮ ਪ੍ਰੋਬਲਮ ਹੈ ਅਮਰੀਕਾ ਦੇ ਨਾਲ ਵੀ ਇਹੀ ਪ੍ਰੋਬਲਮ ਆ, ਚਾਈਨਾ ਦੇ ਨਾਲ ਵੀ ਇਹੀ ਪ੍ਰੋਬਲਮ ਆ। ਵਰਲਡ ਸਟੇਜ ਤੇ ਇਹਨਾਂ ਦੀ ਉਸ ਹਿਸਾਬ ਦੇ ਨਾਲ ਰਿਸਪੈਕਟ ਹੈ ਨਹੀਂ। ਜੀ, ਹੁਣ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਜੇ ਸਰਕਾਰ ਨੇ ਹੁਣ ਕੋਈ ਕਦਮ ਨਾ ਲਿਆ ਜਾਂ ਇਸ ਸੰਬੰਧੀ ਗੱਲਬਾਤ ਅੱਗੇ ਨਾ ਤੋਰੀ, ਤਾਂ ਅਗਲੇ ਹਫਤੇ ਕਿਹਾ ਜਾ ਰਿਹਾ ਹੈ ਕਿ ਜੋ ਪ੍ਰੈਜ਼ੀਡੈਂਟ ਜੋ ਵੱਲੋਂ ਬਾਏ ਅਮਰੀਕਨ ਜਿਹੜੀ ਪਾਲਿਸੀ ਹੈ ਉਸ ਨੂੰ ਪ੍ਰਮੋਟ ਕੀਤਾ ਜਾਏਗਾ, ਉਸ ਦਾ ਕਿਤੇ ਨਾ ਕਿਤੇ ਕੈਨੇਡਾ ਦੇ ਟ੍ਰੇਡ ਤੇ ਪੈਸੇ। ਦੇਖੋ ਜੀ, ਹੁਣ ਪਾਈਪਲਾਈਨ ਕੈਂਸਲ ਕਰਤੇ ਤੇ ਕੈਨੇਡਾ ਵੱਲੋਂ ਕੋਈ ਕਹਿ ਲਓ ਵੀ ਇੰਨੀ ਨੈਗੇਟਿਵ ਇੰਪੈਕਟ ਨਹੀਂ ਹੋਇਆ, ਰੌਲਾ ਵੀ ਨਹੀਂ ਪਾਇਆ, ਕੋਈ ਡਿਸਕਸ਼ਨ ਨਹੀਂ ਹੋਈ। ਕੱਲ ਨੂੰ ਹੋਰ ਵੀ ਕੁਝ ਕਰ ਸਕਦੇ ਆ, ਲਾਈਕ ਯੂ ਸੈਡ ਬਾਏ ਅਮਰੀਕਨ ਦੇ ਵਿੱਚ ਪ੍ਰੋਬਲਮ ਇਹ ਹੋ ਸਕਦੀ ਹੈ ਜਿਹੜੇ ਕੈਨੇਡੀਅਨ ਕੰਪਨੀਆਂ ਨੇ ਉਹ ਕੈਨੇਡਾ ਅਮਰੀਕਨ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਵਾਸਤੇ ਬਿਡ ਨਹੀਂ ਭਰ ਸਕਦੇ। ਸੋ ਦੈਟ ਕੁਡ ਬੀ ਅ ਰੀਅਲ ਮੇਜਰ ਪ੍ਰੋਬਲਮ। ਸੋ ਜੇ ਹੁਣ ਕੈਨੇਡਾ ਹੁਣ ਨਹੀਂ ਖੜਾ ਹੋਇਆ, ਹੁਣ ਨਹੀਂ ਉਹਨਾਂ ਨੇ ਪੁਸ਼ ਬੈਕ ਕੀਤਾ, ਤੇ ਫਿਰ ਨੈਕਸਟ ਵੀਕ ਹੋਰ ਵੀ ਕੋਈ ਪ੍ਰੋਬਲਮ ਪੈ ਸਕਦੀ ਹੈ, ਫਿਰ ਹੋਰ ਕੋਈ ਪ੍ਰੋਬਲਮ ਪੈ ਸਕਦੀ ਆ। ਆਪਣੀ ਚਾਈਨਾ ਦੇ ਨਾਲ ਵੀ ਇਦਾਂ ਹੀ ਪ੍ਰੋਬਲਮ ਰਹੀਆਂ ਨੇ, ਵੀ ਜਦੋਂ ਯੂ ਆਰ ਨਾਟ ਸਟਰੋਂਗ, ਇਹਨਾਂ ਨੂੰ ਸਟਰੋਂਗ ਹੋਣਾ ਪੈਣਾ, ਉਹ ਰਿਸਪੈਕਟ ਨਹੀਂ ਬਣਾਈ। ਸੋ ਇਹਨਾਂ ਨੂੰ ਰਿਸਪੈਕਟ ਲੈਣੀ ਪੈਣੀ ਆ, ਪਰ ਅਨਫੋਰਚੂਨੇਟਲੀ ਮੈਨੂੰ ਲੱਗਦਾ ਵੀ ਇਹ ਹਿਸਾਬ ਦੇ ਨਾਲ ਪ੍ਰੋਬਲਮ ਰਹਿਣੀ ਆ। ਕੀ ਤੁਹਾਨੂੰ ਲੱਗਦਾ ਹੈ ਇਸ ਦਾ ਫਾਇਦਾ ਕਿਤੇ ਨਾ ਕਿਤੇ ਟਰਾਂਸ ਮਾਊਂਟੇਨ ਪਾਈਪਲਾਈਨ ਨੂੰ ਹੋ ਸਕਦਾ ਹੈ, ਵਿਚ ਇਜ਼ ਓਨਡ ਬਾय ਦ ਫੈਡਰਲ ਗਵਰਨਮੈਂਟ? ਉਹ ਤਾਂ ਪਹਿਲਾਂ ਹੀ ਉਹਨਾਂ ਨੇ ਕਮਿਟ ਕੀਤੀ ਹੋਈ ਆ ਵੀ ਬਣ ਜਾਣੀ ਆ। ਸੋ ਵੀਰ ਹੋਪਿੰਗ ਵੀ ਉਹ ਜਲਦੀ ਤੋਂ ਜਲਦੀ ਬਣ ਜਾਵੇ ਤੇ ਕੁਝ ਫਾਇਦਾ ਹੋ ਸਕਦਾ। ਪਰ ਸਿਰਫ ਇੱਕ ਪਾਈਪਲਾਈਨ ਦੀ ਗੱਲ ਨਹੀਂ, ਈਵਨ ਜਿਹੜੀ ਪਾਈਪਲਾਈਨ ਵੈਸਟ ਟੂ ਈਸਟ ਜਾਣੀ ਸੀ ਕੈਨੇਡਾ ਦੇ ਵਿੱਚ ਉਹੀ ਪ੍ਰੋਜੈਕਟ ਇਹ ਅਪਰੂਵ ਕਰ ਦਿੰਦੇ, ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਸੀਗਾ। ਪਰ ਅਨਫੋਰਚੂਨੇਟਲੀ ਲਿਬਰਲ ਗਵਰਨਮੈਂਟ ਨੇ ਉਹ ਜਿਹੜੀ ਪਾਈਪਲਾਈਨ ਆ ਉਹ ਕੈਂਸਲ ਕਰਤੀ ਤੇ ਹੁਣ ਇੱਕੋ ਹੀ ਪਾਈਪਲਾਈਨ ਰਹੇਗੀ ਜਿਹੜੀ ਟ੍ਰਾਂਸ ਮਾਊਂਟਨ ਵਾਲੀ ਆ। ਜੀ, ਤੁਹਾਡੀ ਪਾਰਟੀ ਦਾ ਹੁਣ ਕੀ ਰੁਖ ਰਹੇਗਾ ਸਰਕਾਰ ਤੇ ਦਬਾਅ ਪਾਉਣ ਲਈ, ਕਿਉਂਕਿ ਸਰਕਾਰ ਲਈ ਆਪਣੇ ਆਪ ਵਿੱਚ ਬਹੁਤ ਚੁਣੌਤੀਆਂ ਨੇ। ਇੱਕ ਪਾਸੇ ਕਲਾਈਮੇਟ ਚੇਂਜ ਦੀ ਗੱਲ ਕਰਨਾ ਤੇ ਇੱਕ ਪਾਸੇ ਜਿਹੜੀ ਸਟਰਗਲਿੰਗ ਆਇਲ ਸੈਕਟਰ ਹੈ ਉਸ ਨੂੰ ਪ੍ਰੋਟੈਕਟ ਕਰਨਾ। ਦੇਖੀਏ, ਤੁਸੀਂ ਦੋਨੇ ਗੱਲਾਂ ਕਰ ਸਕਦੇ ਆ। ਤੁਸੀਂ এনवायरमेंट ਨੂੰ ਵੀ ਪ੍ਰੋਟੈਕਟ ਕਰ ਸਕਦੇ ਆ, ਐਟ ਦ ਸੇਮ ਟਾਈਮ ਜੌਬਸ ਨੂੰ ਵੀ ਪ੍ਰੋਟੈਕਟ ਕਰ ਸਕਦੇ ਆ। ਇਸ ਤੇ ਬੈਲੈਂਸ ਕਰਨ ਦੀ ਲੋੜ ਆ ਤੇ ਅਸੀਂ ਪੁਸ਼ ਕਰ ਰਹੇ ਆ। ਆਬਵੀਅਸਲੀ ਇਕਨੋਮੀ ਤੇ ਬਹੁਤ ਜ਼ਿਆਦਾ ਪੁਸ਼ ਕਰ ਰਹੇ ਆ, ਪਰ ਆਲਸੋ ਔਨ ਦਿਸ ਪੈਂਡੈਮਿਕ ਐਸ ਵੈਲ। ਜਿਹੜੀ ਆਲਰੇਡੀ ਹੁਣ ਵੈਕਸੀਨਸ ਲੇਟ ਹੋ ਗਈਆਂ, ਰੈਪਿਡ ਟੈਸਟਿੰਗ ਨਹੀਂ ਪ੍ਰੋਪਰਲੀ ਸ਼ੁਰੂ ਕੀਤਾ, ਕਈ ਗੱਲਾਂ ਇਹੋ ਜਿਹੀਆਂ ਨੇ ਵੀ ਇਹ ਮਿਸ ਕਰ ਰਹੇ ਆ। ਉਹ ਮਿਸ ਕਰਨ ਦੇ ਨਾਲ ਨਾਲੇ ਆਪਾਂ ਨੂੰ ਹੈਲਥ ਤੇ ਇਫੈਕਟ ਪੈ ਰਿਹਾ ਤੇ ਇਕਨੋਮੀ ਤੇ ਇਫੈਕਟ ਪੈ ਰਿਹਾ। ਵੀ ਜਿੱਥੇ ਹੁਣ ਬਿਜ਼ਨੈਸਸ ਮੋਸਟ ਪ੍ਰੋਵਿੰਸਸ ਦੇ ਵਿੱਚ ਬੰਦ ਵੀ ਹੋ ਗਏ ਤੇ ਉਹ ਖੋਲਣੇ ਵੀ ਹੁਣ ਲੇਟ ਹੋ ਜਾਣੇ ਆ। ਸੋ ਇਸ ਚੀਜ਼ ਦੇ ਵਿੱਚ ਲਿਬਰਲ ਗਵਰਨਮੈਂਟ ਦੇ ਕਾਫੀ ਨੁਕਸਾਨ ਹੋ ਗਿਆ ਬਿਕਾਜ਼ ਉਹਨਾਂ ਦੇ ਐਕਸ਼ਨ ਨਹੀਂ ਪ੍ਰੋਪਰ ਠੀਕ ਰਹੇ। ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਥੈਂਕ ਯੂ ਸੋ ਮਚ ਐਂਡ ਸਟੇ ਸੇਫ। ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ। ਹੈਡਲਾਈਨ ਕੈਨੇਡਾ ਵਿੱਚ ਸਾਡਾ ਇਹ ਸਫ਼ਰ ਇਸੇ ਤਰ੍ਹਾਂ ਜਾਰੀ ਰਹੇਗਾ। ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਤੇ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਕਿ ਕੀਸਟੋਨ ਐਕਸਐਲ ਪਾਈਪਲਾਈਨ ਦੇ ਪਰਮਿਟ ਰਿਵੋਕ ਨੂੰ ਲੈ ਕੇ ਕੀ ਰੁਖ ਹੈ ਗ੍ਰੀਨ ਪਾਰਟੀ ਦਾ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਇੱਕ ਪਾਸੇ ਲਿਬਰਲ ਤੇ ਕੰਜ਼ਰਵੇਟਿਵ ਜਿੱਥੇ ਪਾਈਪਲਾਈਨ ਦੇ ਹੱਕ ਵਿੱਚ ਸਨ, ਉੱਥੇ ਸ਼ੁਰੂ ਤੋਂ ਹੀ ਐਨਡੀਪੀ ਤੇ ਗ੍ਰੀਨ ਪਾਰਟੀ ਇਸ ਦੇ ਹੱਕ ਵਿੱਚ ਨਜ਼ਰ ਨਹੀਂ ਆਈ ਹੈ। ਹੁਣ ਇਸ ਫੈਸਲੇ ਤੋਂ ਬਾਅਦ ਕੀ ਰੁਖ ਹੈ ਗ੍ਰੀਨ ਪਾਰਟੀ ਦਾ, ਇਸੇ ਸੰਬੰਧੀ ਅਸੀਂ ਖਾਸ ਤੌਰ ਤੇ ਗੱਲਬਾਤ ਕੀਤੀ ਲੀਡਰ ਆਫ ਗ੍ਰੀਨ ਪਾਰਟੀ ਆਫ ontario ਤੇ ਗਲਫ ਤੋਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਮਾਈਕ ਸ਼ਰਾਈਨਰ ਦੇ ਨਾਲ। Hello, Mr. Schreiner. Thank you so much for joining the call. Yeah, Rupinder, it's great to join you tonight. Mr. Schreiner, now Joe Biden sworn in as US president on the very first day, major announcement came in for Canada, and that is revoking the multi-billion-dollar Keystone XL pipeline permit. What is your first reaction to this? Well, it's not a surprise. Mr. Biden certainly campaigned on this issue and has signaled over and over again that he will
move the U.S. to having a strong plan to address the climate crisis. And as part of that plan, reducing the U.S.'s dependency on fossil fuels. And included in that, he signaled he would cancel the Keystone XL pipeline. But I think the thing that Canadians need to think about is the actions of the Biden administration are really a reflection of market forces that we're seeing across the world. And if Canada is going to compete economically and address the climate crisis at the same time, we're going to need to be investing in the jobs of the future, not the past. And that is transitioning away from fossil fuels. I mean, in Ontario alone, just in the last 6 months, we've seen automakers invest $3.5 billion in shifting their production to electric vehicles. We're seeing countries like China pushing hard, making multi-billion-dollar investments, trying to become global leaders in electric vehicle production. The owner of Tesla now just surpassed the owner of Amazon as the wealthiest person in the world. It shows you where the global economy is going. It's going to the electrification of transportation, and Canada is going to need to be ready for our own economic prosperity, while at the same time ensuring that we have strong climate action plans to address the crisis that's bearing down on us. Well, we understand this doesn't came as a surprise, but Canadian government was very much sure they will be able to convince the Mr. Biden, but Canada was not even given a chance to make a case. What would you say on that? Well, you know, what I would say is Prime Minister Trudeau promised workers in Alberta in the oil and gas sector that the federal government would bring forward a just transition plan, a jobs plan for those workers to transition into the new clean economy. And the federal government hasn't delivered on that. And quite frankly, if I'm an oil sands worker in Alberta, I would be very upset with the Trudeau government and the Kinney government, for that matter, for doubling down on an industry that we know is in decline. So the smart money is being invested in the clean economy, and the skills that workers have in the Alberta oil sands, those are transferable skills into clean economy jobs. And so that's where Canada needs to be investing, and that's where our Prime Minister needs to focus. And quite frankly, as an Ontario politician, that's exactly where Premier Ford needs to focus as we think about economic recovery coming out of the pandemic. But unfortunately, that's not the kind of investment we're seeing from politicians like Jason Kinney and Doug Ford. But revoking this pipeline permit, many workers have lost their job. In fact, when we are talking, 2,000 workers have lost their jobs. And do you think this will weaken the Canada-US relations? You know, I don't think it's going to weaken the Canada-US relations. And the thing we have to keep in mind when it comes to pipeline jobs is during the construction phase, which is a few years, you know, you'll have a few thousand jobs. But once the pipeline is constructed, the estimates I've seen that there's only going to be a handful, like 35, 40 permanent jobs. Whereas if you look at renewable energy jobs, you look at geothermal jobs, you look at jobs in hydrogen fuel, you look at jobs in building renewable energy, electric vehicles, etc. Those are long-term permanent jobs and well-paying jobs. So for the sake of our economy, for the sake of creating new careers for people, to ensuring that Canadians have jobs coming out of this pandemic, we need to invest where global capital is going, and that's in the clean economy. That's where the opportunities are for job creation and new careers for people. But Mr. Schreiner, even before this decision, today morning, TC Energy suspended the work on pipeline, but announced earlier that expansion would allow United States to buy more oil from a country with carbon price and solid climate policies. So with this decision, does it mean America now want to pull their money out of the fossil fuels? Well, certainly the United States is going to see a more rapid shift out of fossil fuels and into renewable energy. That was happening even under Donald Trump. So as much as Donald Trump was doing everything he could to subsidize the fossil fuel industry and attack renewable energy and other clean forms of energy,
that's where global capital was going anyway. So the Biden administration, by having climate friendly policies, is only going to accelerate that shift into the clean economy. And so as Canadians, we have to move in that direction as well. Our economic prosperity depends on it. Even today in Canada, more people actually work in the clean energy sector than work in the oil sands. So let's go where we already have a lot of jobs and create even more jobs for Canadians. So do you mean this is a good news for the automotive sector? Well, I think what we're seeing in the automotive sector is a rapid shift to investment in electric vehicles, which then means that we're going to need less pipeline capacity, and there'll be lower global demand for oil. And so, I think that's where the auto sector recognizes the smart money is going. So I think the auto sector, they're not going to be supportive of putting any money into additional pipeline capacity because they know the smart money is going into electric vehicle production. But there is certain irony to this, as Trans Mountain Pipeline, which is owned by the federal government, that is being built, but the another Keystone XL pipeline, which is owned by the Alberta government, that pipeline permit is revoked. What would you say on that? Yeah, there is a lot of irony in that. And, I would say I don't think government should be buying pipelines, period. But certainly it appears that the bet the federal government made was a smarter bet than the bet the Alberta government made. But what's so sad about this is candidate Biden signaled this, said this over and over again. And so, I think if you're going to, as an elected official, be a good steward of people's money, our citizens' tax dollars, you shouldn't be making bets on risky investments. And so, I would say that, it's unfortunate that this has happened, especially because I know it's going to hit Albertans hard. And so, you know what? Let's make the shift. Let's make the shift now, and let's call on the federal government to invest in a jobs program for Alberta and Saskatchewan to transition oil and gas workers into the new economy, because we want to make sure that they have good jobs that they can provide for their families. And do you think our country is on a right track to meet our environmental goals? Sadly, right now we're not. And we need to ramp it up, both at the federal level and at the provincial level. I mean, Doug Ford, for example, from day one when he was elected, he's been attacking Ontario's climate action plans. He's been attacking and dismantling the environmental protections that protect people in the places we love. That's a bad decision when it comes to protecting people in our communities and protecting the places we love. But it's also a bad economic decision because that's not where investment dollars are going. And so we need a provincial government and a federal government who's going to embrace the clean economy and embrace an aggressive plan to address the climate crisis. Well, Mr. Schreiner, thank you so much for taking out your time for PTC and talking about this important topic. Thank you so much and stay safe. You stay safe, be well, and always happy to join PTC. ਸੋ ਹੁਣ ਤੱਕ ਲਈ ਬਸ ਇੰਨਾ ਹੀ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।